ਪੰਜਾਬੀ ਗਾਇਕ ਗੁਰਦਾਸ ਮਾਨ ਦੀਆਂ ਮੁਸ਼ਕਲਾਂ ਦਿਨ ਬ ਦਿਨ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਜੇਕਰ ਗੱਲ ਕੀਤੀ ਜਾਵੇ ਗੁਰਦਾਸ ਮਾਨ ਵੱਲੋਂ ਡੇਰਾ ਨਕੋਦਰ ਦੇ ਮੁਖੀ ਲਾਡੀ ਸ਼ਾਹ ਦੇ ਤੁਲਨਾ ਗੁਰੂ ਅਮਰਦਾਸ ਜੀ ਨਾਲ ਕੀਤੀ ਗਈ। ਸਿਫਤੇ ਉਹਨਾਂ ਨੂੰ ਉਹਨਾਂ ਦਾ ਵੰਸ਼ਕ ਦੱਸਿਆ ਗਿਆ, ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਦਾ ਕਾਫੀ ਰੋਸ਼ ਪਾਇਆ ਜਾ ਰਿਹਾ ਹੈ। ਉੱਥੇ ਉਹਨਾਂ ਨੇ ਕਿਹਾ ਕਿ ਇਸ ਸਮਾਪਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦ ਇਸ ਉੱਤੇ ਨਿਰਭਰ ਕਰੇਗੀ ਕਿ ਗੁਰਦਾਸ ਮਾਨ ਦੇ ਖਿਲਾਫ ਕੋਈ ਕਾਰਵਾਈ ਕਰਨੀ ਹੈ ਜਾਂ ਨਹੀਂ। ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਉਹਨਾਂ ਉੱਤੇ ਟਿੱਪਣੀ ਕੀਤੀ ਗਈ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਗੁਰਦਾਸ ਮਾਨ ਨੂੰ ਇਸ ਤਰ੍ਹਾਂ ਦੀ ਸ਼ਬਦਾਵਲੀ ਇਸਤੇਮਾਲ ਨਹੀਂ ਕਰਨੀ ਚਾਹੀਦੀ ਸੀ ਅਤੇ ਉਹਨਾਂ ਦੀ ਤੁਲਨਾ ਸ਼੍ਰੀ ਗੁਰੂ ਅਮਰਦਾਸ ਨਹੀਂ ਕਰਨੀ ਚਾਹੀਦੀ ਸੀ। ਉਹਨਾਂ ਨੇ ਕਿਹਾ ਕਿ ਗੁਰੂ ਅਮਰਦਾਸ ਸਾਹਿਬ ਦੇ ਵੰਸ਼ਕ ਅਸੀਂ ਲੋਕ ਹਾਂ। ਉਹਨਾਂ ਨੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਦੀ ਤੁਲਨਾ ਨਕੋਦਰ ਡੇਰੇ ਦੇ ਮੁਖੀ ਦੇ ਨਾਲ ਕੀਤੀ ਹੈ, ਜੋ ਕਿ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅੰਮ੍ਰਿਤਸਰ ਤੋਂ ਗੁਰਪ੍ਰੀਤ ਦੀ ਨਿਊਜ਼ ਲਾਈਵ ਪਰ। ਦੇਖੋ, ਅੱਗੇ ਅਸੀਂ 1947 ਦੇ ਵਿੱਚ ਬਹੁਤ ਸਾਰੀ ਜਿਹੜੀ ਇਤਿਹਾਸਕ ਧਰੋਹਰ ਹੈ ਗੁਰਦੁਆਰਾ ਸਾਹਿਬਾਨ, ਸਿੱਖ ਲਈ ਗੁਰਦੁਆਰਾ ਸਾਹਿਬ ਬਹੁਤ ਅਹਿਮ ਹੈ। ਖਾਸ ਤੌਰ ਦੇ ਉੱਤੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਸਾਡੇ ਲਈ ਬਹੁਤ ਅਹਿਮ ਹੈ। ਅਸੀਂ 1947 ਦੇ ਵਿੱਚ ਬਹੁਤ ਸਾਰੇ ਗੁਰਦੁਆਰੇ ਪਾਕਿਸਤਾਨ ਦੇ ਵਿੱਚ ਛੱਡੇ। ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਮਰਿਆਦਾ ਨਿਭਾਈ ਜਾਂਦੀ ਹੈ, ਲੇਕਿਨ ਅਜੇ ਵੀ ਪਾਕਿਸਤਾਨ ਦੇ ਵਿੱਚ ਬਹੁਤ ਸਾਰੇ ਗੁਰਦੁਆਰੇ ਇਹੋ ਜਿਹੇ ਆ ਜਿੱਥੇ ਪ੍ਰਕਾਸ਼ ਨਹੀਂ ਹੁੰਦਾ, ਜਿਨ੍ਹਾਂ ਦੀਆਂ ਇਮਾਰਤਾਂ ਖਸਤਾ ਹਾਲਤ ਦੇ ਵਿੱਚ ਜਿਹੜੀਆਂ ਨੇ ਉਹ ਪੁੱਜ ਚੁੱਕੀਆਂ ਨੇ। ਤੇ ਸਾਨੂੰ ਖਦਸ਼ਾ ਹੈ ਕਿ ਹੌਲੀ ਹੌਲੀ ਕਿਤੇ ਪਾਕਿਸਤਾਨ ਦੇ ਅੰਦਰ ਇਹ ਨਿਸ਼ਾਨੀਆਂ ਜਿਹੜੀਆਂ ਹੈ ਉਹ ਖੁਰਦ-ਬੁਰਦ ਨਾ ਹੋ ਜਾਣ, ਜਿਹੜੀਆਂ ਸਾਡੀਆਂ ਇਤਿਹਾਸਕ ਨਿਸ਼ਾਨੀਆਂ ਨੇ, ਇਤਿਹਾਸਕ ਸਾਡੇ ਗੁਰਧਾਮ ਹੈ। ਦੂਜੀ ਵੱਡੀ ਜਿਹੜੀ ਚਿੰਤਾ ਸਾਨੂੰ ਇਸ ਗੱਲ ਦੀ ਹੁਣ ਦੁਬਾਰਾ ਫੇਰ ਹੋ ਗਈ ਹੈ ਕਿ ਅਫਗਾਨਿਸਤਾਨ ਦੇ ਵਿੱਚ ਵੀ ਸਾਡੇ ਜਿਹੜੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਹੈ, ਕਿਉਂਕਿ ਅਫਗਾਨਿਸਤਾਨ ਦੇ ਅੰਦਰ ਕਾਬਲ ਕੰਧਾਰ ਸਿੱਖੀ ਦੇ ਮੁੱਖ ਕੇਂਦਰ ਰਹੇ ਨੇ। ਕਾਬਲ ਜਿਹੜਾ ਪ੍ਰਚਾਰ ਦਾ ਬਹੁਤ ਵੱਡਾ ਸੈਂਟਰ ਰਿਹਾ। ਖੁਦ ਭਾਈ ਗੁਰਦਾਸ ਜੀ ਵਰਗੇ ਮਹਾਨ ਕੌਮ ਦੇ ਵਿਦਵਾਨ ਜਿਹੜੇ ਨੇ ਕਾਬਲ ਦੇ ਵਿੱਚ ਰਹਿ ਕੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੀ ਸੇਵਾ ਨਿਭਾਉਂਦੇ ਰਹੇ ਨੇ। ਸਾਡੇ ਲਈ ਜਿੱਥੇ ਉੱਥੋਂ ਦੇ ਸਿੱਖਾਂ ਦੀ ਸੁਰੱਖਿਆ ਬਹੁਤ ਅਹਿਮ ਹੈ, ਉੱਥੇ ਸਾਡੇ ਇਤਿਹਾਸਕ ਸਥਾਨਾਂ ਦੀ ਵੀ ਜਿਹੜੀ ਸੁਰੱਖਿਆ ਹੈ ਸਾਡੇ ਲਈ ਬਹੁਤ ਅਹਿਮ ਹੈ। ਬਹੁਤ ਸਾਰੇ ਅਫਗਾਨਿਸਤਾਨ ਦੇ ਸਿੱਖ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ, ਇੰਗਲੈਂਡ ਦੇ ਵਿੱਚ ਔਰ ਦਿੱਲੀ ਦੇ ਵਿੱਚ ਵਸਦੇ ਨੇ। ਇਹਨਾਂ ਦੇ ਆਗੂ ਜਿਹੜੇ ਨੇ ਅਫਗਾਨੀ ਸਿੱਖਾਂ ਦੇ ਉਹ ਵੀ ਲੱਗੇ ਹੋਏ ਨੇ। ਦੁਨੀਆ ਭਰ ਦੇ ਜਿਹੜੇ ਸਾਡੇ ਸਿੱਖ ਆਗੂ ਨੇ ਉਹ ਵੀ ਲੱਗੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ ਵੀ ਯਤਨ ਕਰ ਰਹੇ ਆ ਸਾਰੇ ਰਲ ਮਿਲ ਕੇ ਕਿ ਅਸੀਂ ਆਪਣੇ ਆਪਣੇ ਮੁਲਕਾਂ ਦੀਆਂ ਸਰਕਾਰਾਂ ਰਾਹੀਂ ਅਫਗਾਨ ਸਰਕਾਰ ਜਿਹੜੀ ਵੀ ਉੱਥੇ ਨਵੀਂ ਆਊਗੀ ਉਹਦੇ 'ਤੇ ਦਬਾਅ ਬਣਾਈਏ ਕਿ ਸਾਡੇ ਉੱਥੇ ਇਤਿਹਾਸਕ ਸਥਾਨਾਂ ਦੀ ਜਿਹੜੀ ਸੇਵਾ ਸੰਭਾਲ ਹੈ ਉਹ ਯਕੀਨੀ ਬਣਾਈ ਜਾਵੇ। ਸਾਡੀਆਂ ਇਤਿਹਾਸਕ ਨਿਸ਼ਾਨੀਆਂ, ਸਾਡੇ ਇਤਿਹਾਸਕ ਨਿਸ਼ਾਨ ਜਿਹੜੇ ਆ ਉਹ ਖੁਰਦ-ਬੁਰਦ ਕਿਸੇ ਕੀਮਤ 'ਤੇ ਨਾ ਹੋਣ। ਸਾਡੇ ਲਈ ਬਹੁਤ ਵੱਡੀ ਚਿੰਤਾ ਹੈ ਅਫਗਾਨਿਸਤਾਨ ਦੇ ਸਿੱਖਾਂ ਦੀ ਔਰ ਅਫਗਾਨਿਸਤਾਨ ਦੇ ਵਿੱਚ ਜਿਹੜੇ ਇਤਿਹਾਸਕ ਗੁਰਦੁਆਰੇ ਸਾਹਿਬਾਨ ਨੇ ਉਹਨਾਂ ਦੀ। ਪਾਕਿਸਤਾਨ ਵੱਲੋਂ ਪੂਰੀ ਬਰਾਬਰੀ ਦਿਖਾਈ ਜਾ ਰਹੀ, ਪਰ ਭਾਰਤ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ। ਦੇਖੋ, ਅਸੀਂ ਬਾਰ-ਬਾਰ ਕਹਿ ਰਹੇ ਹਾਂ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਭਾਰਤ ਸਰਕਾਰ ਨੂੰ ਵੀ ਖੋਲ੍ਹਣਾ ਚਾਹੀਦਾ ਹੈ। ਪਾਕਿਸਤਾਨ ਨੇ ਵੱਡਾ ਦਿਲ ਦਿਖਾਇਆ ਹੈ, ਭਾਰਤ ਵੱਡਾ ਹੈ, ਇਸ ਕਰਕੇ ਭਾਰਤ ਨੂੰ ਪਾਕਿਸਤਾਨ ਤੋਂ ਵੀ ਵੱਡਾ ਦਿਲ ਦਿਖਾਉਂਦਿਆਂ ਕਰਤਾਰਪੁਰ ਕੋਰੀਡੋਰ ਜਿਹੜਾ ਉਹ ਖੋਲ੍ਹਣਾ ਚਾਹੀਦਾ। ਦੇਖੋ, ਉਮੀਦ ਤਾਂ ਹੈ ਕਿ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡਾ ਜਥਾ ਭੇਜਦੀ ਹੈ ਤੇ ਅਸੀਂ ਅਰਦਾਸ ਵੀ ਕਰਦੇ ਹਾਂ ਤੇ ਦੋਨਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਵੀ ਇਹ ਕਹਿੰਦੇ ਹਾਂ ਕਿ ਜਥੇ ਦੇ ਵਿੱਚ ਕੋਈ ਰੁਕਾਵਟ ਜਿਹੜੀ ਆ ਉਹ ਨਾ ਪਾਈ ਜਾਵੇ। ਇਹ ਬਹੁਤ ਮੰਦਭਾਗਾ ਜੀ। ਗੁਰੂ ਅਮਰਦਾਸ ਪਾਤਸ਼ਾਹ ਦੀ ਅੰਸ ਬੰਸ ਸਹੀ ਮਾਇਨਿਆਂ ਦੇ ਵਿੱਚ ਸਿੱਖ ਸੰਗਤ ਹੈ। ਉਹ ਸਿੱਖ ਸੰਗਤ ਜਿਹੜੀ ਗੁਰੂ ਨੂੰ ਸਮਰਪਿਤ ਹੈ ਤੇ ਗੁਰੂ ਦੀ ਮਰਿਆਦਾ ਦਾ ਪਾਲਣ ਕਰਦੀ ਹੈ। ਹੋਰ ਕੋਈ ਅੰਸ ਬੰਸ ਗੁਰੂ ਅਮਰਦਾਸ ਜੀ ਮਹਾਰਾਜ ਦੀ ਨਹੀਂ ਹੋ ਸਕਦੀ। ਇਸ ਕਰਕੇ ਇਹ ਜਿਹੜਾ ਕਹਿਣਾ ਕਿ ਗੁਰੂ ਅਮਰਦਾਸ ਜੀ ਮਹਾਰਾਜ ਦੀ ਅੰਸ ਬੰਸ ਚੋਂ ਹੈ, ਇਹ ਬਹੁਤ ਹੀ ਮੰਦਭਾਗਾ ਤੇ ਗਲਤ ਹੈ। ਇਹਦੇ ਖਿਲਾਫ ਕਾਨੂੰਨੀ ਕਾਰਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਰਾਜੋਈ ਕਰਨੀ ਚਾਹੀਦੀ ਹੈ ਜੀ। ਲੇਕਿਨ ਕੁਝ ਸਿੱਖ ਜਥੇਬੰਦੀਆਂ ਬਾਰ-ਬਾਰ ਇਹ ਰੌਲਾ ਪਾ ਰਹੀਆਂ ਨੇ ਕਿ ਅਕਾਲ ਤਖਤ ਸਾਹਿਬ ਇਸ ਮਾਮਲੇ 'ਤੇ ਬਿਲਕੁਲ ਖਾਮੋਸ਼ ਹੈ। ਨਹੀਂ, ਅਸੀਂ ਖਾਮੋਸ਼ ਨਹੀਂ ਹਾਂ। ਜਥੇਬੰਦੀਆਂ ਜਿਹੜੀਆਂ ਨੇ ਲੱਗੀਆਂ ਨੇ, ਇਹ ਵੀ ਅਕਾਲ ਤਖਤ ਸਾਹਿਬ ਦੀਆਂ ਜਿਹੜੀਆਂ ਇੱਕ ਕਿਸਮ ਦੀਆਂ ਸੈਨਾਵਾਂ ਹੈ, ਸ਼ਕਤੀਆਂ ਹੈ। ਇਸ ਕਰਕੇ ਅਸੀਂ ਕੁਝ ਲੋਕ ਜਿਹੜੇ ਇੱਥੇ ਪੰਥ ਦੇ ਵਿੱਚ ਦੁਬਿਧਾਵਾਂ ਪੈਦਾ ਕਰ ਰਹੇ ਸਨ, ਉਹਨਾਂ ਨੂੰ ਦਿੱਲੀ ਕਮੇਟੀ ਚੋਣਾਂ ਦੇ ਵਿੱਚ ਮੂੰਹ ਦਿਖਾਣੀ ਪਈ। ਦੇਖੋ, ਜਿਹੜੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜੇ ਜਿੱਤੇ ਨੇ, ਚਾਹੇ ਉਹ ਕਿਸੇ ਵੀ ਪਾਰਟੀ ਦੇ ਨੇ, ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ। ਸਿੱਖ ਸੰਗਤ ਨੇ ਉਹਨਾਂ ਦੇ ਉੱਤੇ ਭਰੋਸਾ ਜਤਾਇਆ, ਵਿਸ਼ਵਾਸ ਜਤਾਇਆ ਤੇ ਜਿਨ੍ਹਾਂ ਨੂੰ ਹਾਰ ਮਿਲੀ ਹੈ
ਤੇ ਉਹਨਾਂ ਨੂੰ ਮੈਂ ਇੰਨਾ ਹੀ ਕਹਿਣਾ ਚਾਹਾਂਗਾ ਕਿ ਉਹ ਆਪਣੇ ਆਪੇ ਦੀ ਪੜਚੋਲ ਕਰਨ ਕਿ ਕਿੱਥੇ ਗਲਤੀਆਂ ਹੋਈਆਂ ਨੇ। ਸਿੱਖ ਸੰਗਤ ਨੇ ਸਾਨੂੰ ਜਿਹੜਾ ਹੈ ਉਹ ਮਾਣ ਸਤਿਕਾਰ ਨਹੀਂ ਦਿੱਤਾ। ਲੰਮੇ ਸਮੇਂ ਤੋਂ ਧਰਨੇ ਵੀ ਲਗਾਏ ਹੋਏ ਨੇ 328 ਰੂਪਾਂ ਦੇ ਮਾਮਲੇ ਦੇ ਵਿੱਚ। ਇਹ ਬੇਬੁਨਿਆਦ ਗੱਲਾਂ ਜੀ। ਇਹ ਇਗਨੋਰ ਕਰ ਰਹੀ ਹੈ ਸੰਗਤ, ਉਹਨਾਂ ਦੀ ਗੱਲ ਨਾ ਸੁਣਦੀ ਪਈ ਹੈ, ਨਾ ਕਰਦੀ ਪਈ ਹੈ। ਉਹਨਾਂ ਨੂੰ ਆਪਣੇ ਆਪੇ ਦੀ ਆਪਣੇ ਪਿਛਲੇ ਪੜਚੋਲ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਜਿਸ ਤਰ੍ਹਾਂ ਉਹ ਨਿਤਨੇਮ ਸੜਕਾਂ ਤੇ ਬੈਠ ਕੇ ਕਰੀ ਜਾਂਦੇ ਪਏ ਨੇ ਇੱਕ ਧਰਨੇ ਦੇ। ਗੁਰਦੁਆਰੇ ਸਾਹਿਬਾਨ ਕਾਹਦੇ ਵਾਸਤੇ ਹੈ? ਗੁਰਦੁਆਰੇ ਸਾਹਿਬਾਨ ਕੀਰਤਨ ਕਰਨ ਵਾਸਤੇ ਹੈ, ਗੁਰਦੁਆਰੇ ਸਾਹਿਬਾਨ ਬਾਣੀ ਪੜ੍ਹਨ ਵਾਸਤੇ ਹੈ, ਗੁਰਦੁਆਰੇ ਸਾਹਿਬਾਨ ਜਿਹੜੇ ਨੇ ਨਿਤਨੇਮ ਕਰਨ ਵਾਸਤੇ। ਗੁਰਦੁਆਰੇ ਸਾਹਿਬਾਨ ਦੇ ਵਿੱਚ ਕੀਤਾ ਜਾ ਸਕਦਾ, ਸੜਕਾਂ ਤੇ ਥੋੜੀ ਹੁੰਦਾ। ਸਿੰਘ ਸਾਹਿਬ ਇੱਕ ਅੱਜ ਜਿਹੜਾ ਲਿੰਕ ਹੋਇਆ मेडिकॉम आयुर्वेदिक सेंटर, यहाँ पर आपको मिलेगा अपनी हर मुश्किल का हल, जैसे कि मर्दाना कमजोरी, औरतों और मर्दों के गुप्त रोग, बेऔलाद, फालतू चर्बी और बड़ा हुआ पेट घटाएं, बवासीर। यहाँ पर मिलेंगी हर प्रकार की आयुर्वेदिक दवाइयाँ। मेडिकॉम आयुर्वेदिक सेंटर, दीप कॉम्प्लेक्स, ऑपोजिट द्वाबा ऑटो, कचहरी रोड, अमृतसर। रोजाना मिलें सुबह 11 से शाम 6 बजे तक। फ़ोन नंबर 9592242673